ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਆਪਾਂ ਕਰਾਂਗੇ ਬੀਐਡ ਦਾ ਬਹੁਤ ਇੰਪੋਰਟੈਂਟ ਟੌਪਿਕ ਜਿਹਦਾ ਨਾਮ ਆ ਇਨਕਲੂਸਿਵ ਐਜੂਕੇਸ਼ਨ। ਬੀਐਡ ਦੇ 4th ਸਮੈਸਟਰ ਵਿੱਚ ਇੱਕ ਪੂਰੀ ਬੁੱਕ ਇਨਕਲੂਸਿਵ ਐਜੂਕੇਸ਼ਨ ਦੇ ਬੇਸ 'ਤੇ ਆ। ਬਟ ਅਗਰ ਆਪਾਂ ਗੱਲ ਕਰੀਏ ਅਗਰ ਪੀਐਸ ਟੈਟ ਜਾਂ ਸੀ ਟੈਟ ਤੇ ਉਹਦੇ ਲਈ ਵੀ ਜਿਹੜੇ ਇਨਕਲੂਸਿਵ ਐਜੂਕੇਸ਼ਨ ਦਾ ਟੌਪਿਕ ਜਿਹੜਾ ਸਾਡਾ ਬਹੁਤ ਇੰਪੋਰਟੈਂਟ ਆ। ਸੋ ਇਨਕਲੂਸਿਵ ਐਜੂਕੇਸ਼ਨ ਤੋਂ ਅਸੀਂ ਕੀ ਸਮਝਦੇ ਹਾਂ? ਬਰੀਫਲੀ ਅਗਰ ਆਪਾਂ ਗੱਲ ਕਰ ਲਈਏ, ਇਨਕਲੂਸਿਵ ਐਜੂਕੇਸ਼ਨ ਉਹ ਸਿਸਟਮ ਹੈ ਜਿਸ ਵਿੱਚ ਹਰ ਵਿਅਕਤੀ ਜਾਂ ਸਟੂਡੈਂਟ ਐਜੂਕੇਸ਼ਨ ਪ੍ਰਾਪਤ ਕਰ ਸਕੇ, ਨੋ ਮੈਟਰ ਕਿ ਉਹ ਇੱਕ ਬੈਕਵਰਡ ਏਰੀਏ ਤੋਂ ਜਾਂ ਹੈਂਡੀਕੈਪਡ ਆ ਜਾਂ ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਵੀਕ ਹੋਵੇ ਜਾਂ ਮਨਿਓਰਿਟੀ ਕੋਈ ਰਿਲੀਜਨ ਹੋ ਸਕਦਾ ਜਾਂ ਫਿਰ ਕਿ ਉਹਦੀ ਮੈਂਟਲ ਐਬਿਲਿਟੀਜ਼ ਵੀਕ ਹੋਵੇ, ਹੈ ਨਾ, ਕਿਸੇ ਵੀ ਤਰ੍ਹਾਂ ਦੀ ਮੈਂਟਲ ਐਬਿਲਿਟੀ ਹੋਵੇ। ਸੋ ਇਹਦਾ ਮੇਨ ਏਮ ਇਹੀ ਆ ਕਿ ਹਰ ਇੱਕ ਇਨਸਾਨ ਜਿਹੜਾ ਵਾ ਐਜੂਕੇਸ਼ਨ ਪ੍ਰਾਪਤ ਕਰ ਸਕੇ, ਚਾਹੇ ਕੋਈ ਉਹ ਨੋਰਮਲ ਇਨਸਾਨ ਆ ਤੇ ਚਾਹੇ ਵਿਦ ਡਿਸਏਬਿਲਿਟੀ ਆ, ਦੋਨੋਂ ਟੂਗੈਦਰ ਇੱਕ ਹੀ ਰੂਫ ਦੇ ਅੰਦਰ ਇੱਕ ਹੀ ਛੱਤ ਦੇ ਹੇਠਾਂ ਬੈਠ ਕੇ ਇੱਕ ਹੀ ਤਰ੍ਹਾਂ ਦੀ ਐਜੂਕੇਸ਼ਨ ਪ੍ਰਾਪਤ ਕਰ ਸਕਣ। 16 and 17 ਸਤੰਬਰ 2003 ਨਿਊ ਦਿੱਲੀ ਵਿੱਚ NCERT ਵੱਲੋਂ ਇੱਕ ਨਾ ਇਨਕਲੂਸਿਵ ਐਜੂਕੇਸ਼ਨ ਤੇ ਇੱਕ ਪ੍ਰੋਗਰਾਮ ਆਪਾਂ ਕਹਿ ਸਕਦੇ ਹਾਂ ਕਿ ਉਹ ਰੱਖਿਆ ਗਿਆ, ਜਿਸ ਵਿੱਚ ਇੱਕ ਪ੍ਰਿੰਸੀਪਲ ਸਨ, ਉਹਨਾਂ ਨੇ ਇੱਕ ਗੱਲ ਸ਼ੇਅਰ ਕੀਤੀ। ਉਹਨਾਂ ਨੇ ਕਿਹਾ ਸੀ ਕਿ ਇੱਕ ਮੋਹਨ ਲੜਕਾ ਸੀ, ਚੇਨਈ ਵਿੱਚ ਰਹਿੰਦਾ ਸੀ, ਇੰਡੀਆ। ਉਹ ਇੱਕ ਆਪਣੇ ਪੇਰੈਂਟਸ ਨਾਲ ਐਡਮਿਸ਼ਨ ਲੈਣ ਗਿਆ ਇੱਕ ਨੋਰਮਲ ਸਕੂਲ 'ਚ। ਉਹ ਪਾਰਸ਼ਲੀ ਦੇਖ ਸਕਦਾ ਸੀ। ਸੋ ਨੋਰਮਲ ਸਕੂਲ ਨੇ ਉਹਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ, ਨਹੀਂ ਤੁਹਾਨੂੰ ਚੰਗੀ ਤਰ੍ਹਾਂ ਦੇਖਣਾ ਨਹੀਂ ਹੁੰਦਾ, ਇਸ ਲਈ ਤੁਸੀਂ ਇਹ ਐਡਮਿਸ਼ਨ ਨਹੀਂ ਲੈ ਸਕਦੇ। ਫਿਰ ਉਹ ਆਪਣੇ ਪੇਰੈਂਟਸ ਨਾਲ ਇੱਕ ਸਪੈਸ਼ਲ ਸਕੂਲ ਵਿੱਚ ਐਡਮਿਸ਼ਨ ਲੈਣ ਗਿਆ ਤੇ ਸਪੈਸ਼ਲ ਸਕੂਲ ਨੇ ਵੀ ਇਹਨੂੰ ਰਿਜੈਕਟ ਕਰ ਦਿੱਤਾ, ਇਸ ਕਰਕੇ ਕਿਉਂਕਿ ਉਹ ਪਾਰਸ਼ਲੀ ਦੇਖ ਸਕਦਾ ਸੀ। ਸੋ ਇਸ ਤਰ੍ਹਾਂ ਉਹ ਦੋਨੋਂ ਸਕੂਲਸ ਵਿੱਚੋਂ ਰਿਜੈਕਟ ਕਰ ਦਿੱਤਾ ਗਿਆ, ਕਿਉਂਕਿ ਇਵੇਂ ਦੇ ਬਹੁਤ ਸਾਰੇ ਹਾਫ ਹੈਂਡੀਕੈਪਡ ਸਟੂਡੈਂਟਸ ਹੁੰਦੇ ਨੇ ਜੋ ਪੂਰੀ ਤਰ੍ਹਾਂ ਨਾ ਦੇਖ ਸਕਦੇ ਨੇ ਜਾਂ ਕਈ ਪੂਰੀ ਤਰ੍ਹਾਂ ਸੁਣ ਨਹੀਂ ਸਕਦੇ। ਸੋ ਉਹਨਾਂ ਨੂੰ ਦੋਨੋਂ ਤਰ੍ਹਾਂ ਦੇ ਸਕੂਲ ਵਿੱਚ ਐਡਮਿਸ਼ਨ ਲੈਣ 'ਚ ਪ੍ਰੋਬਲਮ ਹੁੰਦੀ ਹੈ, ਸਪੈਸ਼ਲ ਸਕੂਲਸ ਵਿੱਚ ਵੀ ਐਂਡ ਨੋਰਮਲ ਸਕੂਲਸ ਵੀ। ਸੋ ਇੱਥੋਂ ਇਹ ਇਨਕਲੂਸਿਵ ਐਜੂਕੇਸ਼ਨ ਦਾ ਬੇਸ ਬਣਿਆ ਕਿ ਸਾਨੂੰ ਉਹ ਸਕੂਲ ਜਾਂ ਉਹ ਐਜੂਕੇਸ਼ਨ ਸਿਸਟਮ ਲਿਆਉਣਾ ਚਾਹੀਦਾ ਜਿਹਦੇ ਵਿੱਚ ਹਰ ਇੱਕ ਬੱਚਾ ਐਜੂਕੇਸ਼ਨ ਪ੍ਰਾਪਤ ਕਰ ਸਕੇ। ਸੋ ਅਗਰ ਆਪਾਂ ਇਹਨੂੰ ਵਰਡਸ ਵਿੱਚ ਡਿਸਕ੍ਰਾਈਬ ਕਰਨਾ ਹੋਵੇ ਤਾਂ ਹੁਣ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਇਨਕਲੂਸਿਵ ਐਜੂਕੇਸ਼ਨ। ਇਹ ਦੋ ਵਰਡਸ ਤੋਂ ਮਿਲਿਆ ਹੋਇਆ, ਇੱਕ ਇਨਕਲੂਸਿਵ ਪਲੱਸ ਐਜੂਕੇਸ਼ਨ। ਇਨਕਲੂਸਿਵ ਦਾ ਕੀ ਮਤਲਬ ਹੁੰਦਾ? ਦ ਵਰਡ ਇਨਕਲੂਸਿਵ ਇਜ਼ ਡਰਾਈਵਡ ਫਰੋਮ ਵਰਡ ਇਨਕਲੂਡ which implies a part of something, means ਕਿ ਕਿਸੇ ਚੀਜ਼ ਦਾ ਪਾਰਟ ਹੋਣਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਐਜੂਕੇਸ਼ਨ ਦਾ ਓਰੀਜਨ 2 ਲੈਟਿਨ ਵਰਡਸ ਤੋਂ ਆ। ਫਸਟ ਐਜੂਕੇਅਰ, EDUCARE, ਇਹਦਾ ਮਤਲਬ ਹੁੰਦਾ ਟੂ ਟ੍ਰੇਨ ਔਰ ਟੂ ਮੋਲਡ ਮਤਲਬ ਕਿਸੇ ਨੂੰ ਆਪਣੇ ਤਰੀਕੇ ਨਾਲ ਢਾਲਣਾ। ਐਂਡ ਸੈਕਿੰਡ ਵਨ ਇਜ਼ ਐਜੂਕੇਅਰ, EDUCERE, ਇਹਦਾ ਮਤਲਬ ਹੁੰਦਾ ਟੂ ਲੀਡ ਆਊਟ, ਮਤਲਬ ਕਿਸੇ ਦੀ ਅਗਵਾਈ ਕਰਨਾ। ਸੋ ਇਹਨਾਂ ਦੋਨਾਂ ਵਰਡਸ ਨੂੰ ਅਗਰ ਮਿਕਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਐਜੂਕੇਸ਼ਨ ਦਾ ਸਿਸਟਮ ਜਿਹਦੇ ਵਿੱਚ ਕਿ ਹਰ ਕੋਈ ਉਹਦਾ ਪਾਰਟ ਹੋਵੇ, ਉਹ ਐਜੂਕੇਸ਼ਨ ਸਿਸਟਮ ਜਿਹਦੇ ਵਿੱਚ ਹਰ ਕਿਸੇ ਨੂੰ ਇਨਕਲੂਡ ਕੀਤਾ ਜਾਵੇ। ਸੋ the purpose of education is to ensure that all students gain access to knowledge, skill and information that will prepare them to contribute to society. ਇੱਕ ਵਧੀਆ ਸੁਸਾਇਟੀ ਦਾ ਨਿਰਮਾਣ ਕਦੋਂ ਹੋ ਸਕਦਾ? ਜਦੋਂ ਹਰ ਵਿਅਕਤੀ ਆਪਣਾ ਕੰਟਰੀਬਿਊਟ ਕਰੇ। ਇੱਕ ਚੰਗੀ ਸੁਸਾਇਟੀ ਆਪਾਂ ਉਦੋਂ ਹੀ ਕਹਿ ਸਕਦੇ ਹਾਂ ਜਦੋਂ ਹਰ ਵਿਅਕਤੀ, ਚਾਹੇ ਉਹ ਹੈਂਡੀਕੈਪਡ ਆ, ਚਾਹੇ ਉਹ ਵੀਕਰ ਸੈਕਸ਼ਨ ਤੋਂ ਆ, ਚਾਹੇ ਉਹ ਅਮੀਰ ਆ, ਚਾਹੇ ਗਰੀਬ ਆ, ਚਾਹੇ ਉਹਦੀ ਮੈਂਟਲ ਐਬਿਲਿਟੀ ਨਹੀਂ ਹੈਗੀ, ਕਿਸੇ ਵੀ ਤਰ੍ਹਾਂ ਦਾ, ਚਾਹੇ ਕਿਸੇ ਵੀ ਰਿਲੀਜਨ ਤੋਂ ਆ, ਜਦੋਂ ਉਹ ਸੁਸਾਇਟੀ 'ਚ ਆਪਣਾ ਹਿੱਸਾ ਪਾਏਗਾ, ਆਪਣਾ ਕੰਟਰੀਬਿਊਟ ਕਰੇਗਾ, ਉਦੋਂ ਹੀ ਸਾਡੀ ਜਿਹੜੀ ਸੁਸਾਇਟੀ ਆ ਉਹ ਡਿਵੈਲਪ ਹੋ ਸਕਦੀ ਆ। ਸੋ ਇਨਕਲੂਸਿਵ ਐਜੂਕੇਸ਼ਨ ਕੀ ਹੈ? Inclusive education implies all children with or without disability being able to learn together in common school and achieve aims of education. So कि ਸਾਰੇ ਜਿਹੜੇ ਸਟੂਡੈਂਟਸ ਨੇ ਉਹ ਇੱਕ ਹੀ ਸਕੂਲ ਵਿੱਚ ਆਪਣੀ ਕੀ ਹੈ ਐਜੂਕੇਸ਼ਨ ਅਚੀਵ ਕਰ ਸਕਣ। ਇਹ ਹੁਣ ਅਗਰ ਆਪ ਸਾਡੀ ਗੱਲ ਆ ਜਾਂਦੀ ਕਿ ਇਨਕਲੂਸਿਵ ਸਕੂਲ ਆਪਾਂ ਕਿਹਨੂੰ ਕਹਿ ਸਕਦੇ ਹਾਂ? So inclusive schools are places where students, regardless of ability, race, language and income, can sit together under one roof, learn from same teacher in normal environment.
So inclusive education means all children in the same classroom, in the same school. It means giving opportunity to those groups who have traditionally been excluded. कि उस ग्रुप ਨੂੰ ਜਾਂ ਉਸ ਕਹਿ ਸਕਦੇ ਉਹਨਾਂ ਲੋਕਾਂ ਨੂੰ ਮੌਕਾ ਦੇਣਾ, opportunity ਦੇਣੀ ਜਿਹੜੇ ਕਿ traditionally exclude ਕਰ ਦਿੱਤੇ ਗਏ on the basis of different reasons, ਜਿਵੇਂ ਆਪਾਂ ਪਹਿਲਾਂ ਵੀ ਕਰਿਆ ਕਾਸਟ ਬੇਸ, different mental abilities, religion ਹੋ ਸਕਦਾ, minorities ਹੋ ਸਕਦਾ, ਜਾਂ handicapped ਹੋ ਸਕਦੇ ਆ, ਕਿਸੇ ਵੀ ਤਰ੍ਹਾਂ ਦੀ ਉਹਨਾਂ 'ਚ ਡਿਸੇਬਿਲਿਟੀ ਹੋ ਸਕਦੀ, ਉਹਦੇ ਬੇਸ ਤੇ ਅਗਰ ਉਹਨਾਂ ਨੂੰ ਐਕਸਕਲੂਡ ਕੀਤਾ ਗਿਆ। ਸੋ ਇਨਕਲੂਸਿਵ ਐਜੂਕੇਸ਼ਨ ਇਹ opportunity ਪ੍ਰੋਵਾਈਡ ਕਰਦਾ ਕਿ ਉਹ ਕੀ ਆਪਣੀ ਐਜੂਕੇਸ਼ਨ ਪ੍ਰਾਪਤ ਕਰ ਸਕਣ। ਸੋ ਹੁਣ ਆਪਾਂ ਗੱਲ ਕਰਾਂਗੇ ਇਨਕਲੂਸਿਵ ਐਜੂਕੇਸ਼ਨ ਦੀ ਕਰੈਕਟਰਿਸਟਿਕਸ ਦੀ। ਇਨਕਲੂਸਿਵ ਐਜੂਕੇਸ਼ਨ ਤਾਂ ਆਪਾਂ ਪਹਿਲਾਂ ਹੀ ਸਮਝ ਚੁੱਕੇ ਹਾਂ ਕਿ ਹਰ ਇੱਕ ਸਟੂਡੈਂਟ ਜਾਂ ਹਰ ਇੱਕ ਪਰਸਨ ਨੂੰ ਐਜੂਕੇਸ਼ਨ ਦਾ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ, opportunity ਮਿਲ ਸਕੇ। ਸੋ ਇਹਦੀ ਕਰੈਕਟਰਿਸਟਿਕਸ ਨੇ ਕੁਝ। ਸਭ ਤੋਂ ਪਹਿਲਾਂ ਆਪਾਂ ਫਸਟ ਕਰੈਕਟਰਿਸਟਿਕਸ ਦੇਖਾਂਗੇ ਇਹਦੀ accepted diversity. The aim of inclusive education is to recognize the diversity among learners and accept it. ਸੋ ਇਹਦਾ ਮੇਨ ਕੀ ਏਮ ਹੁੰਦਾ ਕਿ ਜਿਹੜੀ ਡਾਇਵਰਸਿਟੀ ਡਿਫਰੈਂਟ ਤਰ੍ਹਾਂ ਦੇ ਹਰ ਲਰਨਰ ਜਿਹੜਾ ਉਹਦੇ 'ਚ ਇੱਕ ਡਿਫਰੈਂਟ ਹੋ ਸਕਦੀ ਆ ਪ੍ਰੋਬਲਮ ਨੂੰ ਹੋ ਸਕਦੀ ਹੈ ਜਾਂ ਉਹਦੇ 'ਚ ਡਿਫਰੈਂਟ ਤਰ੍ਹਾਂ ਦੀ ਕੁਆਲਿਟੀ ਹੋ ਸਕਦੀ ਹੈ। ਸੋ ਇਨਕਲੂਸਿਵ ਐਜੂਕੇਸ਼ਨ opportunity ਪ੍ਰੋਵਾਈਡ ਕਰਦੀ ਕਿ ਸਟੂਡੈਂਟਸ ਨੂੰ ਸਮਝਣਾ, ਉਹਨਾਂ ਦੀ ਵੈਰਾਈਟੀ ਨੂੰ ਅਸੈਪਟ ਕਰਨਾ। Second one is education to all. The concept of inclusive education believes that every person has the right of education. It provides chance to all children with or without diversity. ਇਹਦਾ ਮੇਨ ਮੋਟਿਵ ਕੀ ਹੈ? ਐਜੂਕੇਸ਼ਨ ਟੂ ਆਲ। ਇਹਦੇ ਵਿੱਚ ਕਿ ਸਾਰੇ ਸਟੂਡੈਂਟਸ ਕਵਰ ਹੋ ਜਾਂਦੇ ਕਿ ਹਰ ਇੱਕ ਨੂੰ ਐਜੂਕੇਸ਼ਨ ਦੇਣੀ। ਐਂਡ ਥਰਡ ਵਨ ਇਜ਼ ਲਰਨਰ ਸੈਂਟਰਡ. Inclusive education is fulfill all needs of learners and it is highly learner centered. So ਕੀ ਇਹ ਕੀ ਕਹਿੰਦੀ ਹੈ ਕਿ ਜਿਹੜੀ ਐਜੂਕੇਸ਼ਨ ਆ learner centered ਹੋਣੀ ਚਾਹੀਦੀ, ਮਤਲਬ ਕਿ ਸਟੂਡੈਂਟਸ ਦੀ ਜਾਂ ਲਰਨਰ ਦੀ ਨੀਡ ਦੇ ਅਕੋਰਡਿੰਗ। And fourth one is flexible teaching strategies. In inclusive education, teachers use various methods to teach. So learners with various abilities and learning style can learn. कि flexible teaching strategies, flexible methods ਦੇ ਮਤਲਬ ਦੇਣੇ, different methods ਨਾਲ teach ਕਰਾਉਣਾ ਤਾਂ ਜੋ ਹਰ ਤਰ੍ਹਾਂ ਦਾ ਲਰਨਿੰਗ ਸਟਾਈਲ ਦਾ ਜਾਂ ਅਬਿਲਿਟੀ ਦਾ ਸਟੂਡੈਂਟ ਆ ਉਹਨੂੰ ਕੀ ਹੈ ਐਜੂਕੇਸ਼ਨ ਪ੍ਰਾਪਤ ਕਰਨ 'ਚ ਕੋਈ ਔਖ ਨਾ ਹੋ ਸਕੇ, ਆਸਾਨੀ ਨਾਲ ਐਜੂਕੇਸ਼ਨ ਪ੍ਰਾਪਤ ਕਰ ਸਕੇ। ਐਂਡ ਫਿਫਥ ਆ ਗਿਆ ਇੰਡੀਵਿਜੂਅਲ ਡਿਫਰੈਂਸ। ਅਗਰ ਆਪਾਂ ਗੱਲ ਪਿੱਛੇ ਕੀਤੀ ਕਿ ਲਰਨਰ ਸੈਂਟਰਡ ਆ, ਲਰਨਰ ਸੈਂਟਰਡ ਕਿਵੇਂ ਆ? ਕਿਉਂਕਿ ਉਹ ਇੰਡੀਵਿਜੂਅਲ ਡਿਫਰੈਂਸ ਨੂੰ ਰੈਕੋਗਨਾਈਜ਼ ਕਰਦੀ ਪਈ ਆ। Inclusive education accept the individuality. Its approach is to accept individual difference and provide education according to individual differences. And next one is 6, flexible curriculum. It allows the flexibility of curriculum to meet learners' needs. ਸੋ ਇਹ ਕੀ ਹੈ? ਫਲੈਕਸੀਬਲ ਕਰੀਕੂਲਮ ਲਈ ਕਰਦੀ ਹੈ। ਇਹਦਾ ਏਮ ਹੁੰਦਾ ਕਿ ਫਲੈਕਸੀਬਲ ਕਰੀਕੂਲਮ ਦੇਣਾ ਤਾਂ ਜੋ ਕਿ ਸਟੂਡੈਂਟਸ ਤੇ ਜ਼ਿਆਦਾ ਪ੍ਰੈਸ਼ਰ ਨਾ ਹੋ ਪਾਇਆ ਜਾ ਸਕੇ। 7th is maximum participation of learners. It designs schools in such a way or education system so that there is maximum participation of students. ਸੋ ਇਹ ਕੀ ਹੈ? ਇੱਕ ਉਹ ਐਜੂਕੇਸ਼ਨ ਸਿਸਟਮ ਬਣਾਉਂਦੀ ਹੈ ਜਾਂ ਉਹ ਸਕੂਲ ਬਣਾਉਂਦੀ ਜਿਹਦੇ ਵਿੱਚ ਕਿ ਸਟੂਡੈਂਟਸ ਜਿਹੜੇ ਆ ਉਹ ਮੈਕਸੀਮਮ ਆਪਣਾ ਪਾਰਟੀਸਪੇਸ਼ਨ ਕਰ ਸਕਣ। 8th is equal opportunity. Inclusive education provides equal opportunity to all students whether they are disabled, from backward area, different mental ability, different gender, different learning style, minority, different language and also common person. ਠੀਕ ਆ, ਸਾਰਿਆਂ ਨੂੰ equal opportunity ਦੇਣੀ ਆ। ਉਸ ਤੋਂ ਅੱਗੇ 9th ਪੁਆਇੰਟ ਆ ਗਿਆ ਹੈਲਦੀ ਸਪੋਰਟ ਸਿਸਟਮ। ਇਨਕਲੂਸਿਵ ਐਜੂਕੇਸ਼ਨ ਪ੍ਰੋਵਾਈਡਸ all necessary material to ensure all children can learn together. ਹਰ ਇੱਕ ਤਰ੍ਹਾਂ ਦੀ ਸਪੋਰਟ ਸਿਸਟਮ ਪ੍ਰੋਵਾਈਡ ਕਰਨਾ, ਜਿਵੇਂ ਕੋਈ ਹੈਂਡੀਕੈਪ ਸਟੂਡੈਂਟ ਦੇਖ ਨਹੀਂ ਸਕਦਾ ਉਹਨੂੰ ਉਸਦੇ ਅਕੋਰਡਿੰਗ ਕੋਈ ਮਟੀਰੀਅਲ ਪ੍ਰੋਵਾਈਡ ਕਰਾਉਣਾ, ਜਾਂ ਕੋਈ ਚੱਲ ਫਿਰ ਨਹੀਂ ਸਕਦਾ ਜਾਂ ਫਿਰ ਕੋਈ ਸੁਣ ਨਹੀਂ ਸਕਦਾ, ਸੋ ਹਰ ਇੱਕ ਦੀ ਨੀਡ ਦੇ ਅਕੋਰਡਿੰਗ ਉਹਨੂੰ ਜਿਹੜੀ ਆ ਮਟੀਰੀਅਲ ਪ੍ਰੋਵਾਈਡ ਕਰਾਉਣਾ। 10th आ गया अंडरस्टैंडिंग नीड्स ऑफ स्टूडेंट्स. Inclusive education ensure to understand the needs of education and
ਟੂ ਫਿਲਫਿਲ देयर ਨੀਡਸ। ਸਟੂਡੈਂਟਸ ਦੀ ਨੀਡ ਨੂੰ ਅੰਡਰਸਟੈਂਡ ਸਮਝਣਾ, ਸਟੂਡੈਂਟਸ ਦੀ ਨੀਡ ਤੇ ਸਮਝ ਕੇ ਉਹਦੇ ਅਕੋਰਡਿੰਗ ਉਹਨਾਂ ਨੂੰ ਐਜੂਕੇਸ਼ਨ ਦੇਣੀ। 11th ਆ ਗਿਆ ਪੋਜ਼ਿਟਿਵ ਐਟੀਟਿਊਡ। ਆਪਾਂ ਕਿਸੇ ਵੀ ਤਰ੍ਹਾਂ ਦੀ ਅਗਰ ਗੱਲ ਕਰ ਲਈਏ, ਕੋਈ ਬੱਚਾ ਕਿਸੇ ਵੀ ਇਨਵਾਇਰਮੈਂਟ 'ਚ ਉਦੋਂ ਹੀ ਪੜ੍ਹ ਸਕਦਾ ਜਦੋਂ ਕਿ ਉਹਦੇ ਵੱਲ ਐਟੀਟਿਊਡ ਜਿਹੜਾ ਵਾ ਟੀਚਰਸ ਦਾ ਜਾਂ ਉਹਦੇ ਜਿਹੜੇ ਕੋਮੇਟਸ ਹੁੰਦੇ ਆ ਉਹਨਾਂ ਦਾ ਪੋਜ਼ਿਟਿਵ ਐਟੀਟਿਊਡ ਹੋਏ। ਸੋ ਇਨ ਇਨਕਲੂਸਿਵ ਸਿਸਟਮ ਆਲ ਫੈਕਲਟੀ ਮੈਂਬਰ have positive attitude toward needy student। एग्जाम्पल ਦੇ ਤੌਰ ਤੇ ਜਿਵੇਂ ਡਿਸੇਬਲ ਹੋ ਸਕਦੇ ਆ ਜਾਂ ਲੋ ਮੈਂਟਲ ਐਬਿਲਿਟੀ ਜਾਂ ਵੀਕਰ ਸੈਕਸ਼ਨ ਤੋਂ ਜਿਹੜੇ ਹੋ ਸਕਦੇ ਉਹਨਾਂ ਵੱਲ ਕੀ ਪੋਜ਼ਿਟਿਵ ਐਟੀਟਿਊਡ ਰੱਖਣਾ ਚਾਹੀਦਾ। ਉਸ ਤੋਂ ਇਲਾਵਾ ਅਗਰ ਕੋਈ ਹੋਰ ਕਰੈਕਟਰਿਸਟਿਕ ਕਰਨੀ ਹੋਵੇ ਤਾਂ ਆਪਾਂ ਹੋਰ ਵੀ ਡਿਫਰੈਂਟ ਤਰ੍ਹਾਂ ਦੀ ਲਿਖ ਸਕਦੇ ਹਾਂ। ਇਨਵੋਲਵਮੈਂਟ ਆਫ ਪੇਰੈਂਟਸ, ਬਿਲਡ ਕੌਨਫੀਡੈਂਸ, ਐਜੂਕੇਸ਼ਨ ਇਨ ਕਾਮਨ ਸਕੂਲ, ਰੀਸਟਰਕਚਰਿੰਗ ਦੀ ਸਪੈਸ਼ਲ ਐਜੂਕੇਸ਼ਨ, ਡਿਵੈਲਪ ਪਰਸਨੈਲਿਟੀ। ਇਸ ਤਰ੍ਹਾਂ ਆਪਾਂ ਬਹੁਤ ਸਾਰੇ ਪੁਆਇੰਟਸ ਲਿਖ ਸਕਦੇ ਹਾਂ। ਬਟ ਆਈ ਥਿੰਕ ਅਗਰ ਕੋਈ 7 ਮਾਰਕਸ ਦਾ ਕੁਐਸਚਨ ਆ ਰਿਹਾ ਤਾਂ ਉਹਦੇ ਲਈ 10 ਤੋਂ 11 ਪੁਆਇੰਟਸ ਬਹੁਤ ਨੇ। ਅਗਰ ਉਸ ਤੋਂ ਇਲਾਵਾ ਅਗਰ ਆਪਾਂ ਲਿਖ ਸਕਦੇ ਹਾਂ ਤਾਂ 3-4 ਪੁਆਇੰਟ ਹੋਰ ਐਡ ਕਰ ਸਕਦੇ ਹਾਂ, ਤੁਹਾਡੇ ਲਈ ਮੈਕਸਿਮਮ ਹੋਣਗੇ। ਥੈਂਕ ਯੂ।